अस्सलाम वालेकुम वरहमतुल्लाहि व बरकातुहू ते सत श्री अकाल। साडी पंजाबी ज़बान बेसिकली ते सारे इंडिया पंजाब दे विच पाकिस्तान पंजाब दे विच चलदी ते सब जानते ने आम तौर ते ये ज़ुबान पंजाबियां दी ते सरदारां दी अमूमन समझी जाती। अज फ्रैंकफर्ट जर्मनी दे विच तुसीं ये नज़ारे देख रहे हो बोकनहाइम दे ते 30 जून 2024 है अज। ते एक बड़ी मशहूर स्पोर्ट जिन्हों असी कबड्डी कहने ये पंजाब दे विच बहुत ज़्यादा मकबूल है। ना सिर्फ एक पाकिस्तान दे विच बहुत खेडी जाती है, इंडिया पंजाब च भी ये बहुत ज़्यादा खेडी जाती है। और असी बचपन तो ये गेमां देखते आए हैं मुख्तलिफ तरह दियां, लेकिन कबड्डी का जिहड़ा मज़ा है उस दे नाल किसी होर गेम का मज़ा नहीं रलदा। अज फ्रैंकफर्ट जर्मनी दे विच एक इलाका रेबस्टोक जिथे आड़े पार्क उत्थे ये सरदारां दे जेरे इंतजाम जिहड़ा गुरुद्वारा भी है एक हेक्स दे विच, उन्हां दे तावन दे नाल भी हर साल इत्थे कबड्डी दा टूरनामेंट हुंदा जिहदे विच पूरे यूरोप दियां मुख्तलिफ टीमां आउंदियां। बाज़ अगर उन्होंने मौका मिले तो इंडिया तो भी टीम आ जाती है। पिछले साल भी तुहानूं बड़े ज़बरदस्त मैच ਜਿਹੜੇ ਹੋਏ ਸਾਨੂੰ ਦਿਖਾਏ ਤੇ ਅੱਜ ਵੀ ਤੁਹਾਨੂੰ ਲੈ ਕੇ ਚੱਲਨੇ ਆ ਉੱਥੇ। ਇਹ ਜਿਹੜਾ ਟੂਰਨਾਮੈਂਟ ਸ਼ੁਰੂ ਹੋਇਆ ਕੁਝ ਟਾਈਮ ਹੋ ਚੁੱਕਿਆ ਹੈ। ਬਾਕੀ ਫਰੈਂਕਫਰਟ ਦੇ ਆਲੇ ਦੁਆਲੇ ਤੇ ਬਾਰਿਸ਼, ਮੈਂ ਮਾਨਹਾਈਮ ਤੋਂ ਆ ਰਿਹਾ, ਉੱਥੇ ਵੀ ਬਾਰਿਸ਼ ਸੀ, ਡਾਮਸਟਡ ਵੀ ਬਾਰਿਸ਼ ਸੀ, ਲੇਕਿਨ ਇੱਥੇ ਲੱਗਦਾ ਇਸ ਟੂਰਨਾਮੈਂਟ ਵਾਸਤੇ ਅੱਲਾ ਨੇ ਕਰਮ ਕੀਤਾ ਤੇ ਸੁੱਕਾ ਨਜ਼ਰ ਆ ਰਿਹਾ ਮੌਸਮ। ਤੇ ਚੱਲ ਕੇ ਉੱਥੇ ਮੈਚ ਵੇਖਣ ਤੋਂ ਪਹਿਲਾਂ ਤੁਹਾਨੂੰ ਫਰੈਂਕਫਰਟ ਸ਼ਹਿਰ ਦੀਆਂ ਬਾਜ਼ ਜਿਹੜੀਆਂ ਬਿਲਡਿੰਗਾਂ ਨੇ ਉੱਚੀਆਂ, बोकनहाइम च असीं इस टाइम गुजर रहे हैं। इधर बोकनहाइम लांच बड़े मशहूर इत्थे पार्क हैगा जिहदे विच दुनिया जहान दे मुख्तलिफ तरह के जिहड़े ने पौधे वो इत्थे उन्होंने रखे ने, और लोग फुल और जो पाए जे गर्मी च जिहड़े पाए जाते हैं या सर्दी च लोग बड़ी बड़ी दूरों देखण आउंदे ने। पालमन गार्डन के नाम तो ये मशहूर है। तो यह जिहड़ी बिल्डिंग तुसीं सामने देख रहे हो ਇਹ ਇੱਥੇ ਚੰਦ ਦੇ ਕੁਝ ਸਾਲ ਪਹਿਲੇ ਇੱਥੇ ਪੁਰਾਣੀ ਬਿਲਡਿੰਗ ਨੂੰ ਗਿਰਾਇਆ ਗਿਆ ਸੀ ਬੰਬ ਲਾ ਕੇ, ਗ੍ਰੇਨਾਈਡ, ਤੇ ਇਹਦੀ ਜਗ੍ਹਾ ਤੇ ਹੁਣ ਇਹ ਮਾਡਰਨ ਜਿਹੜੀ ਇਹਨਾਂ ਨੇ ਬਿਲਡਿੰਗ ਖੜੀ ਕਰ ਦਿੱਤੀ। ਤੁਸੀਂ ਇੱਥੇ ਦੇਖ ਸਕਦੇ ਜੇ ਕੋਈ ਫੁੱਟਬਾਲ ਦੀ ਵਜ੍ਹਾ ਤੋਂ ਅੱਜ ਕੱਲ੍ਹ ਹੋਟਲ ਫੁੱਲ ਨੇ, ਕਿਉਂਕਿ ਅੱਜ ਕੱਲ੍ਹ ਯੂਰਪ ਦਾ ਉਹ ਹੋ ਰਿਹਾ ਕੱਪ, ਇੱਥੇ ਵੀ ਮੈਚ ਸਨ ਫਰੈਂਕਫਰਟ ਦੇ ਵਿੱਚ। ਤੇ ਇੱਧਰ ਵੀ ਇੱਕ ਤੁਸੀਂ ਬਿਲਡਿੰਗ ਦੇਖ ਰਹੇ ਹੋ, ਇਹ ਬਿਲਡਿੰਗ ਜਿਹੜੀ ਹੈ ਇਹ ਪੈਨਸਲ ਨੁਮਾ ਵੇ, ਯੂਰਪ ਦੀ ਸਭ ਤੋਂ ਉੱਚੀ ਬਿਲਡਿੰਗ ਹੁੰਦੀ ਸੀ ਕਿਸੇ ਜ਼ਮਾਨੇ 'ਚ, ਲੇਕਿਨ ਫਿਰ ਇਹਦੀ ਸੁਣੀ ਗਈ ਲੱਗਦਾ ਫਰੈਂਕਫਰਟ ਦੀ, ਤੇ ਜਿਹੜਾ ਬਰਤਾਨੀਆ ਉਹਨੇ ਬ੍ਰੈਗਜ਼ਿਟ ਕਰ ਲਿਆ, ਯੂਰਪ 'ਚੋਂ ਨਿਕਲਿਆ, ਤੇ ਲੰਡਨ ਦਾ ਜਿਹੜਾ ਹੱਬ ਸੀ ਯੂਰਪ ਦਾ, ਵੱਡੇ ਵੱਡੇ ਬੈਂਕ ਤੇ ਕਾਰੋਬਾਰ ਉਹ ਸਾਰੇ ਇੱਥੇ ਫਰੈਂਕਫਰਟ ਆਹਿਸਤਾ ਆਹਿਸਤਾ ਮੁਤਕਲ ਹੋਣਾ ਸ਼ੁਰੂ ਹੋ ਗਏ। ਤੇ ਇਹ ਸਾਹਮਣੇ ਜਿਹੜੀ ਤੁਸੀਂ ਗੋਲ ਬਿਲਡਿੰਗ ਦੇਖ ਰਹੇ ਹੋ ਇਹ ਮੈਸੇ ਜਿਹੜਾ ਇੱਥੇ ਲੱਗਦਾ ਹੈ ਬਹੁਤ ਵੱਡਾ ਕਨਵੋਕੇਸ਼ਨ ਦੁਨੀਆ ਦੇ ਵਿੱਚ ਮੁਖਤਲਿਫ ਵੱਡੇ ਸ਼ਹਿਰਾਂ 'ਚ ਜਿਹੜੇ ਉਹ ਐਗਜ਼ੀਬਿਸ਼ਨ ਹੁੰਦੇ ਨੇ, ਜਿਹੜੇ ਵੱਡੇ ਬਿਜ਼ਨਸਮੈਨ ਹੁੰਦੇ ਨੇ, ਮੁਖਤਲਿਫ ਕੰਪਨੀਆਂ, ਉਹ ਜਦੋਂ ਆਪਣੀ ਪ੍ਰੋਡਕਟ ਤਿਆਰ ਕਰਕੇ ਤੇ ਫਿਰ ਲੋਕਾਂ ਤੱਕ ਪਹੁੰਚਾਉਣੇ, ਉਹ ਫਿਰ ਇਸ ਤਰ੍ਹਾਂ ਦੇ ਮੇਲੇ ਉਹਨੂੰ ਕਹਿ ਲਓ, ਐਗਜ਼ੀਬਿਸ਼ਨ ਇੰਗਲਿਸ਼ 'ਚ ਕਹਿ ਲਓ, ਉੱਥੇ ਆਉਂਦੇ ਨੇ, ਉਹ ਫਿਰ ਆ ਕੇ ਆਪਣੇ ਉੱਥੇ ਪ੍ਰੋਡਕਟਸ ਰੱਖਦੇ ਨੇ ਔਰ ਆਪਣਾ ਨੰਬਰ ਦਿੰਦੇ ਨੇ, ਔਰ ਲੋਕੀ ਜਿਹੜੇ ਬਿਜ਼ਨਸਮੈਨ ਦੁਨੀਆ ਦੇ ਮੁਖਤਲਿਫ ਵੱਡੇ ਮਾਲਦਾਰ ਅਸਾਮੀਆਂ ਉੱਥੇ ਆ ਕੇ ਦੇਖਦੇ ਨੇ, ਤੇ ਫਿਰ ਉਹਨਾਂ ਨੂੰ ਅਗਰ ਪਸੰਦ ਆ ਜਾਏ ਤੇ ਉੱਥੋਂ ਫਿਰ ਆਰਡਰ ਦੇ ਦਿੰਦੇ ਨੇ। ਤੇ ਇਹ ਇਸ ਜਗ੍ਹਾ ਤੇ ਕਾਫੀ ਵੱਡੇ ਹਾਲ ਨੇ ਇਹਦੀ ਬੈਕ ਤੇ ਨਾ, ਜਿੱਥੇ ਉਹ ਹਰ ਸਾਲ ਕੋਈ ਨਾ ਕੋਈ ਮੇਲਾ ਜਿਹੜਾ ਜਾਂ ਉਹ ਐਗਜ਼ੀਬਿਸ਼ਨ ਲੱਗਾ ਹੁੰਦਾ, ਕਦੇ ਗੱਡੀਆਂ ਦਾ ਕਦੇ ਕੋਈ। ਤੇ ਕਬੱਡੀ ਵੈਸੇ ਨਾਰਮਲ ਪਹਿਲੇ ਇੱਥੇ ਨਹੀਂ ਸੀ ਹੁੰਦੀ ਜਿੱਥੇ ਅੱਜ ਜਾ ਰਹੇ ਹਾਂ, ਨਾਰਮਲ ਤੇ ਉਹ, ਲੇਕਿਨ ਅੱਜ ਜਿਹਨੂੰ ਇੱਥੇ ਗਿਮਨਾਜ਼ੀਅਮ ਸਕੂਲ ਦੀ ਕੋਈ ਗਰਾਊਂਡ ਇਹਨਾਂ ਨੂੰ ਮਿਲੀ ਹੈ। ਚੱਲ ਕੇ ਦੇਖਦੇ ਹਾਂ ਕਿੰਨੀ ਕੁ ਦੁਨੀਆ ਹੈ ਤੇ ਕੀ ਮਾਹੌਲ ਹੈ। ਆਮ ਤੌਰ ਤੇ ਬੜੀ ਲਾਈਵ ਕਮੈਂਟਰੀ ਤੇ ਢੋਲ ਧਮਾਕੇ ਤੇ ਲੁੱਡੀਆਂ ਤੇ ਸਭ ਕੁਝ, ਬਹਰਹਾਲ ਉਹ ਹੁਣ ਉੱਥੇ ਚੱਲ ਕੇ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈ। ਇਸ ਟਾਈਮ ਤੇ ਤੁਸੀਂ ਫਰੈਂਕਫਰਟ ਦਾ ਅੱਜ ਇਤਵਾਰ ਹੈਗੀ ਹੈ ਤੇ ਜਿਹੜਾ ਰਸ਼ ਹੈ ਇੰਨਾ ਜ਼ਿਆਦਾ ਤੇ ਨਹੀਂ, ਨਾਰਮਲ ਜਦੋਂ ਵਰਕਿੰਗ ਟਾਈਮ ਹੋਵੇ ਫਿਰ ਬਹੁਤ ਰਸ਼ ਹੁੰਦਾ। ਇੱਧਰ ਚੱਲ ਜਾਓ ਤੇ ਰੇਲਵੇ ਸਟੇਸ਼ਨ ਵੱਲ ਚੱਲ ਜਾਓਗੇ, ਤੇ ਇੱਧਰ ਚੱਲ ਜਾਓ ਤੇ ਬਾਹਰ ਨਿਕਲ ਜਾਓਗੇ ਫਰੈਂਕਫਰਟ ਤੋਂ। ਤੇ ਹੁਣ ਉੱਧਰ ਚੱਲਦੇ ਹਾਂ, ਚੱਲ ਕੇ ਤੇ ਉੱਥੇ ਜਿਹੜੀ ਲੋਕੇਸ਼ਨ ਜਾਂ ਜਿੱਥੇ ਕਬੱਡੀ ਚੱਲ ਰਹੀ ਹੈ ਉੱਥੇ ਮਾਹੌਲ ਦੇਖਦੇ ਜਾ ਕੇ। ਆਮ ਤੌਰ ਤੇ ਅਸੀਂ ਜਿਹੜਾ ਪਿਛਲੇ ਸਾਲ ਤਜਰਬਾ ਹੋਇਆ ਉਹ ਇਹ ਕਿ ਉੱਥੇ ਬੜਾ ਹੀ ਜ਼ਬਰਦਸਤ ਕਿਸਮ ਦਾ ਉਹਨਾਂ ਨੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਸੀ, ਬਾਹਰ ਸਟਾਲ ਲੱਗੇ ਸੀ, ਜਿਹਦਾ ਕੋਈ ਦਿਲ ਕਰਦਾ ਜੋ ਖਾਣਾ ਪੀਣਾ, ਜਲੇਬੀਆਂ ਜਾਂ ਕੋਈ ਸਮੋਸੇ, ਕੋਈ। ਅੱਜ ਹੁਣ ਕਹੂੰਗਾ ਨਵੀਂ ਜਗ੍ਹਾ ਤੇ ਹੈ ਇੱਕ ਇਹਨਾਂ ਦੀ ਮਹਿਮਾਨ ਨਵਾਜ਼ੀ ਜਿਹੜੀ ਹੈ
ਉਹ ਤੇ ਕਮਾਲ ਦੀ ਮਹਿਮਾਨ ਨਵਾਜ਼ੀ ਹੈ। ਕਿਉਂਕਿ ਤੁਸੀਂ ਇਹਨਾਂ ਦੇ ਗੁਰਦੁਆਰੇ 'ਚ ਤੁਸੀਂ ਕਦੇ ਕਿਸੇ ਟਾਈਮ ਵੀ ਪਹੁੰਚ ਜਾਓ ਤੇ ਤੁਹਾਨੂੰ ਜਿਹੜਾ ਗਰਮਾ ਗਰਮ ਖਾਣਾ ਜਿਹੜਾ ਉਹ ਹਮੇਸ਼ਾ ਅਵੇਲੇਬਲ ਹੁੰਦਾ। ਤੇ ਜੇ ਤੁਸੀਂ ਆਪਣਾ ਕੀ ਕਹਿੰਦੇ ਆ ਅਸੀਂ ਮੋਟਰਵੇ ਤੇ ਨਹੀਂ ਜਾਣਾ, ਇਦੋਂ ਥੱਲੇ ਹੋ ਗਏ ਆ ਤੇ ਨਾਲ ਹੀ ਸਾਡੇ ਪੰਜਾਬੀ 'ਚ ਕਹਿੰਦੇ ਮਾਮੇ ਵੀ ਗੁਜ਼ਰ ਗਏ, ਨਜ਼ਰ ਨਹੀਂ ਪਈ ਉਹਨਾਂ ਦੀ ਪੈ ਜਾਂਦੀ ਤੇ ਸ਼ੌਕ ਪੂਰਾ ਕਰ ਛੱਡਦੇ। Leicht links abbiegen auf Frankfurt-Katharinenkreisel, dann den rechten Fahrstreifen benutzen, halb links। ਇਹ ਜਿਹੜਾ ਇਲਾਕਾ ਹੈ ਇੱਥੇ ਨਵਾਂ ਇਲਾਕਾ ਰੈਬਸਟੋਕ, ਬੜੀਆਂ ਨਵੀਆਂ ਬਿਲਡਿੰਗਾਂ ਬਣਾਈਆਂ ਗਈਆਂ ਨੇ। ਕਿਸੇ ਜ਼ਮਾਨੇ 'ਚ ਜਗ੍ਹਾ ਖਾਲੀ ਪਈ ਹੁੰਦੀ ਸੀ ਤੇ ਇੱਥੇ ਇਹਨਾਂ ਨੇ ਹੁਣ ਐਸੀ ਬਿਲਡਿੰਗ ਖੜੀ ਕਰਤੀ ਔਰ ਬੜਾ ਮਹਿੰਗੇ ਇਲਾਕੇ ਦੇ ਵਿੱਚ ਮਾਰ, ਕਿਉਂਕਿ ਨਵੇਂ ਫਲੈਟ ਜਿੱਥੇ ਵੀ ਬਣਨਗੇ ਨਵੇਂ ਮਾਡਰਨ ਸਟਾਈਲ ਦੇ ਹੋਣਗੇ ਤੇ ਉਹਦੇ ਨਾਲ ਫਿਰ ਉਹਦੀਆਂ ਪ੍ਰਾਈਸਾਂ ਵੀ ਜ਼ਿਆਦਾ ਹੋਣਗੀਆਂ। ਰੈਬਸਟੋਕ ਬਾਤ ਇੱਥੇ ਮਸ਼ਹੂਰ ਹੈ, ਇੱਥੇ ਬਾਤ ਵੀ ਇੱਕ, ਔਰ ਫਿਰ ਇੱਥੇ ਜਦੋਂ ਮੈਸੇਜ ਲੱਗਦਾ ਤੇ ਉੱਥੇ ਪਾਰਕਿੰਗ ਬਹੁਤ ਵੱਡੀ ਖੁੱਲੀ ਪਾਰਕਿੰਗ ਹੁੰਦੀ ਹੈ ਤੇ ਉੱਥੇ ਕੋਈ ਸਕੂਲ ਹੈ, ਉੱਧਰ ਨੂੰ ਜਾ ਕੇ ਦੇਖਦੇ ਆ। ਸਾਹਮਣੇ ਤੁਸੀਂ ਦੇਖ ਸਕਦੇ ਜੇ ਇਸ ਸਾਈਡ ਤੋਂ ਮੋਟਰਵੇ 648 ਜਿਹੜੀ ਸ਼ਹਿਰ 'ਚ ਵੜਦੀ ਹੈ, ਤੁੱਤਦੇ ਆ ਕਿ ਬਿਲਡਿੰਗ ਤੇ ਬਿਲਡਿੰਗ ਬਣ ਰਹੀ ਹੈ। ਪਤਾ ਨਹੀਂ ਇਹਨਾਂ ਨੇ ਕਿੰਨੀ ਕੁ ਬਿਲਡਿੰਗ ਬਣਾ ਛੱਡਣੀ ਹੈ, ਰਿਹਾਇਸ਼ੀ ਹੈ ਜਾਂ ਪਤਾ ਨਹੀਂ ਦਫਾਤਰ ਬਣ ਰਹੇ ਨੇ। ਤੇ ਇਹ ਅੱਗੋਂ ਸਾਡਾ ਉਹ ਸੜਕ ਜਿਹਦੇ ਉੱਤੇ ਕੰਮ ਚੱਲ ਰਿਹਾ ਅੱਜ, ਉਧਰ ਨੂੰ ਚੱਲਣ ਲੱਗੇ ਹੁਣ ਅਸੀਂ। ਲੋ ਜੀ ਇਹ ਇਲਾਕਾ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਰਿਊਮਰਹੋਫ, ਉਹ ਇਲਾਕਾ ਹੈਗਾ। ਔਰ ਇੱਥੇ ਜਿਹੜੀਆਂ ਬਿਲਡਿੰਗਾਂ ਨੇ ਜਿਹੜੀਆਂ ਤੁਸੀਂ ਦੇਖ ਰਹੇ ਜੇ, ਬੜੀਆਂ ਨਵੀਆਂ, ਬੜਾ ਕਮਾਲ ਕਿਸਮ ਦੀ ਸ਼ਾਹਕਾਰ ਫੇਰੇ, ਇੱਕ ਸਾਫ ਸੁਥਰੀ ਖੁੱਲੀ ਜਗ੍ਹਾ ਜਿਹਦੀ ਵਜ੍ਹਾ ਤੋਂ ਇੱਥੇ ਲੋਕੀ ਬੜਾ ਪਸੰਦ ਕਰਦੇ ਨੇ। ਤੇ ਇਹ ਬਿਲਡਿੰਗਾਂ ਦੀ ਤੋਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਬਿਲਕੁਲ ਨਵਾਂ ਇਲਾਕਾ ਬਣਿਆ। ਔਰ ਇਹ ਇਲਾਕਾ ਇਹਨਾਂ ਨੇ ਚੂਜ਼ ਕੀਤਾ, ਪਤਾ ਨਹੀਂ ਇਹਨਾਂ ਨੂੰ ਫਿਰ ਜਗ੍ਹਾ ਹੀ ਇੱਥੇ ਦੀ ਮਿਲੀ ਹੋਣੀ ਹੈ। ਕਬੱਡੀ ਖੇਲ ਹੀ ਐਸੀ ਹੈ ਕਿ ਜਿੱਥੇ ਵੀ ਬੰਦਾ ਸੁਣਦਾ ਹੈ ਕਿ ਜਿੱਧਰੇ ਹੋ ਰਿਹਾ ਮੈਚ, ਬੰਦੇ ਦਾ ਦਿਲ ਕਰਦਾ ਚੱਲੀਏ। ਕਿਉਂਕਿ ਸਾਡੇ ਪਾਕਿਸਤਾਨ ਇੰਡੀਆ ਦੇ ਵਿੱਚ ਬੜੀ ਮਕਬੂਲ ਹੈ। ਜਿਸ ਤਰ੍ਹਾਂ ਕ੍ਰਿਕਟ ਪਹਿਲਾਂ ਹਾਕੀ ਹੁੰਦੀ ਸੀ, ਇਸੇ ਤਰ੍ਹਾਂ ਹੀ ਕਬੱਡੀ ਵੀ। ਇਹਦੇ ਵਿੱਚ ਜਿਹੜੇ ਪਹਿਲਵਾਨ ਹੁੰਦੇ ਨੇ ਜਾਨਦਾਰ, ਜਿਸਮ ਮਜ਼ਬੂਤ, ਉਹਨਾਂ ਦਾ ਡਾਇਰੈਕਟ ਬਗੈਰ ਕੁਝ ਕੀ ਕਹਿੰਦੇ ਨੇ ਟੈਕਨੀਕ ਖਾਸ, ਜਾਨ ਜਿੰਨੀ ਬੰਦੇ ਦੀ ਚੰਗੀ ਹੈ ਉਹਨੇ ਆਪਣਾ ਜਨਾਬ ਉਹ ਹੱਥ ਪਾ ਲੈਣਾ ਦੂਜੇ ਨੂੰ। ਇਸ ਪਾਸੇ ਫਿਰ ਮੈਟਰੋ ਫੀਲਡ ਵਾਲੇ ਇੱਧਰ ਵੀ ਇਲਾਕਾ ਸ਼ੁਰੂ ਹੋ ਜਾਂਦਾ। ਬੜਾ ਬਾਰੌਣਕ ਇਲਾਕਾ ਹੈ। ਕਿਸੇ ਜ਼ਮਾਨੇ 'ਚ ਇੱਥੇ ਕੋਈ ਸ਼ੈ ਨਹੀਂ ਸੀ ਹੁੰਦੀ, ਜਿਹੜਾ ਸਾਰੀਆਂ ਬਿਲਡਿੰਗਾਂ ਸਾਡੇ ਵੇਖਦੇ ਬੇਆਬਾਦ ਇਲਾਕਿਆਂ ਨੂੰ ਇਹਨਾਂ ਨੇ ਆਬਾਦ ਕਰ ਛੜਿਆ। ਇਸੇ ਇਲਾਕੇ ਦੇ ਵਿੱਚ ਗੱਡੀਆਂ ਨਾਮ ਕਰਵਾਉਣ ਵਾਲਾ ਜਿਹੜਾ ਅਦਾਰਾ ਹੈ ਸਾਹਮਣੇ, ਜਿਹਨੂੰ ਸੂਲ ਆਸਮ ਆਸਟ੍ਰੇਲੀਆ ਕਹਿੰਦੇ ਨੇ, ਗੱਡੀ ਜਿਹੜੀ ਕਿਸ ਬੰਦੇ ਨੇ ਖਰੀਦੇ ਕੋਈ ਤੇ ਉਹਨੇ ਆਪਣੇ ਨਾਂ ਕਰਾਣੀ ਹੋਏ ਤੇ ਇੱਥੇ ਬਣਿਆ ਸਾਰਾ। ਇੱਥੇ ਉਹ ਆ ਕੇ ਤੇ ਆਪਣਾ ਨਾਮ ਹੁੰਦੀ ਹੈ ਤੇ ਸ਼ੀਲਡਾਂ ਬਣਵਾਉਣੀਆਂ ਹੋਣ ਤੇ ਉਹ ਵੀ ਇੱਥੇ ਬੜੀਆਂ ਨੇ। ਸਾਹਮਣੇ ਦੁਕਾਨਾਂ ਉਹ ਵੇਖੋ ਜੀ, ਇਹ ਤੁਹਾਨੂੰ ਮੈਂ ਦਿਖਾ ਦਿੰਦਾ ਵਾ। ਇੱਥੇ ਆ ਦੇਖੋ ਤੁਸੀਂ, ਇੱਧਰ ਇਹ ਜੋ ਸੂਲ ਆਸਮ ਆਸਟ੍ਰੇਲੀਆ ਜਿਹਨੂੰ ਉਹ ਗੱਡੀਆਂ ਨਾਮ ਕਰਾਉਣ ਵਾਸਤੇ ਆਪਣੇ ਹੈ, ਤੇ ਫਿਰ ਇਹ ਬਾਹਰ ਇਹਨਾਂ ਦੇ ਛੋਟੇ ਛੋਟੇ ਦਫ਼ਤਰ ਨੇ। ਫਿਰ ਇੱਧਰ ਸ਼ੀਲਡਾਂ, ਇੱਧਰ ਬੜਾ ਹੈਂਡਲਰ ਵੀ ਬਹੁਤ ਨੇ ਜਿਹੜੇ ਗੱਡੀਆਂ ਦਾ ਕਾਰੋਬਾਰ, ਕਿਹੜੇ ਪੁਰਾਣੀਆਂ ਗੱਡੀਆਂ ਬਾਹਰ ਵੇਚਦੇ ਨੇ। ਇੱਥੇ ਬਹੁਤ ਵੱਡੀ ਜਗ੍ਹਾ ਇੱਕ ਅਫਗਾਨੀ ਦੀ, ਉਹਨੇ ਕਿਸੇ ਜ਼ਮਾਨੇ 'ਚ ਜਿੱਥੇ ਟ੍ਰੇਨ ਦੀ ਪਟੜੀ ਦੇ ਨਾਲ ਗੱਲ ਕਰਕੇ ਲਈ ਤਾਂ ਬਾਅਦ 'ਚੋਂ ਬੰਦਾ ਮਿਲੀਅਨੇਰ ਹੋ ਗਿਆ, ਕਿਉਂਕਿ ਉਹਨੇ ਬੜੇ ਟਾਈਮ ਦੇ ਨਾਲ ਤੇ ਇੰਨਾ ਇਹ ਕੰਮ ਚੱਲਿਆ, ਉਹਨੇ ਨਾਲ ਦੇ ਨਾਲ ਜਗ੍ਹਾ ਵਧਾਉਂਦਾ ਗਿਆ, ਅੱਗੇ ਵਧਾਉਂਦਾ ਗਿਆ, ਜਿਹੜੀ ਉਹਨੂੰ ਮਿਲਦੀ ਗਈ। ਫਿਰ ਉਹਨੇ ਕਿਰਾਇਆ ਰੱਖਤਾ ਹਰ ਗੱਡੀ। ਆ ਦੇਖੋ ਜਿੰਨੀ ਗੱਡੀ ਲੱਗੀ ਹੈ, ਇਹ ਸਾਰੀਆਂ ਗੱਡੀਆਂ ਜਿਹੜੀਆਂ ਨੇ ਪੂਰੀ ਜਰਮਨੀ 'ਚ ਮੁਖਤਲਿਫ ਇਲਾਕਿਆਂ 'ਚੋਂ ਆਈਆਂ ਨੇ ਇਹ ਕਬੱਡੀ ਵੇਖਣ ਵਾਸਤੇ। ਹੁਣ ਕਈ ਲੋਕੀ ਰੱਜ ਕੇ ਮੇਹਾ ਵਾਪਸ ਜਾ ਰਹੇ ਨੇ ਤੇ ਕਈ ਜਿਹੜੇ ਨੇ ਉਹ ਹਜੇ ਉਧਰ ਕਬੱਡੀ ਵੱਲ ਜਿੱਥੇ ਹੋ ਰਹੀ ਹੈ ਪੈਦਲ ਪਹੁੰਚ ਰਹੇ ਨੇ। ਜੇ ਨੇੜੇ ਕੋਈ ਜਗ੍ਹਾ ਲੱਭ ਗਈ ਉੱਥੇ ਲਾ ਦੇਂਗੇ ਗੱਡੀ। ਲਓ ਜੀ, ਇਹ ਰਿਊਮਰਹੋਫ ਜਗ੍ਹਾ ਹੈ ਜਿੱਥੇ ਆ ਸਾਹਮਣੇ ਜਿੰਨੇ ਗੱਡੀਆਂ ਦੇ ਹੈਂਡਲਰ ਡੀਲਰ ਨੇ ਨਾ, ਇਹਨਾਂ ਸਾਰਿਆਂ ਨੇ ਜਗ੍ਹਾ ਲੈ ਕੇ ਇੱਥੇ ਤੇ ਬੜਾ ਕੰਮ ਚਲਾਇਆ। ਤੇ ਇਹਦੇ ਬਿਲਕੁਲ ਆਪੋਜ਼ਿਟ ਇਸ ਪਾਸੇ ਦੇਖੋ ਕਿੰਨੀ ਦੁਨੀਆ ਜਿਹੜੀ ਪੂਰੀ ਜਰਮਨੀ 'ਚ ਇਕੱਠੀ ਹੋਈ। ਸਰਦਾਰਾਂ ਦਾ ਪ੍ਰੋਗਰਾਮ ਹੋਵੇ ਤੇ ਦੁਨੀਆ ਇੰਝ ਉਮੜ ਕੇ ਆਉਂਦੀ, ਕਿਉਂਕਿ ਕਬੱਡੀ ਇਹਨਾਂ ਦੇ ਵਿੱਚ ਇਹ ਹੈ ਕਿ ਨਾ ਸਿਰਫ ਇਹ ਹੈ ਕਿ ਬੰਦੇ, ਬਲਕਿ ਇਹਨਾਂ ਦੀਆਂ ਜਿਹੜੀਆਂ ਬੁੱਢੀਆਂ ਉਹ ਵੀ ਨਾਲ ਪੂਰੀ ਕੰਪਨੀ ਦਿੰਦੀਆਂ। ਪਾਰਕਿੰਗ ਚਲਦੇ ਅੰਦਰ ਤੇ ਮੇਲੇ ਦਾ ਮੇਲਾ ਹੀ ਲੱਗ ਰਿਹਾ ਅੰਦਰ, ਤੇ ਜਾ ਕੇ ਇੰਝ ਲੱਗਦਾ ਜਿਵੇਂ ਮੇਲਾ ਚੱਲ ਰਿਹਾ ਇੱਥੇ। ਬਹਰਹਾਲ ਤੁਸੀਂ ਪਹਿਲਾ ਪਾਰਟ ਜਿਹੜਾ ਦੇਖ ਲਿਆ ਮੁਕੰਮਲ ਹੋ ਗਿਆ, ਜਗ੍ਹਾ ਵੀ ਫਰੈਂਕਫਰਟ ਦੇ ਕੋਈ ਇਲਾਕੇ ਵੀ ਦੇਖ ਲਏ। ਹੁਣ ਅੰਦਰ ਚੱਲ ਕੇ ਦੇਖਦੇ ਹਾਂ ਕਿ ਕੀ ਹੋ ਰਿਹਾ।